ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਨਵਾਂ ਪਾਰਲੀਮੈਂਟ ਦੀ ਬਿਲਡਿੰਗ 28 ਮਈ ਨੂੰ ਉਦਘਾਟਨ ਕੀਤੀ ਗਈ ਹੈ, ਉਹਦੇ ਬਾਰੇ ਕੁਝ ਬੋਲਣਾ ਹੈ। ਉਸ ਵਿਸ਼ੇ ਤੇ ਸਰ ਸਿਮਰਨਜੀਤ ਸਿੰਘ ਮਾਨ ਵੱਲੋਂ ਆਹ ਚਿੱਠੀ ਖੱਤ ਤਿਆਰ ਕੀਤਾ ਸੀ। ਮੈਂ ਬੇਨਤੀ ਕਰਦਾ ਇਹ ਵੈਬਸਾਈਟ ਤੇ ਪੋਸਟ ਹੈ, ਉਹ ਜ਼ਰੂਰ ਪੜ੍ਹਿਓ। ਇਹ ਜਿਹੜਾ ਪਾਰਲੀਮੈਂਟ ਖੋਲਿਆ ਗਿਆ, ਨਵਾਂ ਬਿਲਡਿੰਗ ਬਣਾਈ ਗਈ ਹੈ, ਇਹਦੇ ਉੱਤੇ ਦੋ ਤਿੰਨ ਗੱਲਾਂ ਕਰਨੀਆਂ ਜ਼ਰੂਰੀ ਆ। ਪਹਿਲੀ ਹੈ ਕਿ ਇਹ ਇੱਕ ਬਿਲਕੁਲ ਹਿੰਦੁਤਵਾ ਦੇ ਅਧੀਨ ਬਿਲਡਿੰਗ ਬਣਾਈ ਗਈ ਹੈ ਔਰ ਖੋਲੀ ਗਈ ਹੈ। ਇਹਦਾ ਸਬੂਤ ਜਿਹੜਾ ਮਦੁਰਾਈ ਦੀ ਅਧੀਨਮ ਸੰਪਰਦਾ ਹੈ, ਉਹਦੇ ਅਧੀਨ ਜਿਹੜੇ ਉੱਥੇ ਸਾਧ ਆਏ ਸੀਗੇ, ਉਹਨਾਂ ਨੇ ਮੋਦੀ ਤੋਂ ਇਹਦਾ ਉਦਘਾਟਨ ਕੀਤਾ ਤੇ ਇੱਕ ਜਿਹੜਾ ਡੰਡਾ ਸੀਗਾ ਉਹਨੂੰ ਸੰਗੋਲ ਕਹਿੰਦੇ ਆ, ਪਰ ਇਹ ਚੀਜ਼ ਤਾਂ ਜਦ ਆਪਾਂ ਨੇ ਹੁਣ ਕਿੰਗ ਚਾਰਲਸ ਦਾ ਇਨੋਗ੍ਰੇਸ਼ਨ ਵੀ ਦੇਖਿਆ ਸੀ, ਉਸ 'ਚ ਵੀ ਉਹਨੂੰ ਇੱਕ ਡੰਡਾ ਦਿੱਤਾ ਸੀਗਾ ਜਿਹਨੂੰ ਸਪੈਕਟਰ ਕਹਿੰਦੇ ਹੈਗੇ ਆ। ਇਹ ਰਾਜ ਭਾਗ ਦਾ ਉਹਨਾਂ ਨੇ ਇੱਕ ਨਿਸ਼ਾਨ ਦਿਖਾਉਣ ਦਾ ਯਤਨ ਕੀਤਾ ਹੈਗਾ। ਇਹ ਕਹਿੰਦੇ ਆ ਕਿ ਚੋਲਿਆਂ ਰਾਹੀਂ ਇਹ ਤਿਆਰ ਕੀਤਾ ਗਿਆ। ਇਹ ਅਧੀਨਮ ਸੰਪਰਦਾ ਹੈ ਕਿ ਇਹ ਉੱਚ ਜਾਤੀ ਦੀ ਇੱਕ ਸੰਪਰਦਾ ਹੈ। ਇਹ ਸ਼ਿਵਾਜੀ ਨੂੰ ਮੰਨਦੇ ਆ ਔਰ ਇਹਨਾਂ ਨੇ ਪਿਛਲੇ ਸਮੇਂ 'ਚ ਜਦ ਸੰਸਕ੍ਰਿਤ ਤੇ ਬਾਹਮਣਵਾਦ ਜ਼ਿਆਦਾ ਉੱਠਿਆ ਸੀਗਾ, ਉਸ ਸਮੇਂ ਤੇ ਇਹਨਾਂ ਨੇ ਤਾਮਿਲਨਾਡੂ ਦੇ ਵਿੱਚ ਆਪਣਾ ਸ਼ਿਵਾਜੀ ਦੇ ਸ਼ਿਵ ਭਗਵਾਨ ਜੀ ਦੇ ਨਾਂ ਤੇ ਇਹਨਾਂ ਨੇ ਆਪਣੀ ਸੰਪਰਦਾ ਚਲਾਈ ਹੈ। ਇਹਨਾਂ ਨੇ ਕਿਸੇ ਹੱਦ ਤੱਕ ਉਸ ਸਮੇਂ ਦੇ ਵਿੱਚ ਬਾਹਮਣਵਾਦੀ ਸੋਚ ਤੋਂ ਵੱਖਰੇ ਹੋ ਕੇ ਤੁਰਨ ਦਾ ਯਤਨ ਕੀਤਾ, ਜੋ ਮੈਂ ਪੜ੍ਹਿਆ। ਪਰ ਇਹ ਜੇ 1200 ਸਾਲ ਪਹਿਲਾਂ ਬਣਾਈ ਗਈ ਸੀ, ਇਹਦੇ ਜਿਹੜੇ ਮੁਖੀ ਬਣਦੇ ਆ ਉਹ ਉੱਚ ਜਾਤੀ ਛਤਰੀਆਂ ਤੋਂ ਹੀ ਬਣਦੇ ਹੈਗੇ ਆ। ਇਹਨਾਂ ਦੇ ਵਿੱਚ ਜਾਤ ਪਾਤ ਤੋਂ ਛੁਟਕਾਰਾ ਕਿਤੇ ਵੀ ਨਹੀਂ ਹੈਗਾ ਹੈ। ਇਹ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਰਿਫਾਰਮ ਸਮਝਦੇ ਆ, ਪਰ ਜਿੱਥੇ ਤੱਕ ਗੁਰਸਿੱਖੀ ਗਈ ਹੈ ਕਿ ਜਾਤ ਪਾਤ ਨੂੰ ਖਤਮ ਕਰ ਦੇਣਾ, ਉੱਥੇ ਤੱਕ ਇਹ ਪਹੁੰਚੇ ਨਹੀਂ ਹੈਗੇ। ਇਹ ਜਿਹੜਾ ਸੰਪਰਦਾ ਹੈ, ਇਹ ਜਦ ਹੁਣ ਆ ਕੇ ਇੱਕ ਪਾਰਲੀਮੈਂਟ ਦੀ ਬਿਲਡਿੰਗ ਖੋਲ ਉਦਘਾਟਨ ਕਰਦਾ ਹੈ ਤਾਂ ਦੋ ਤਿੰਨ ਸਵਾਲ ਉੱਠਦੇ ਆ। ਪਹਿਲਾ ਸਵਾਲ ਇਹ ਹੈ ਕਿ ਜਿਸ ਦੇ ਨਾਂ ਤੇ ਪਾਰਲੀਮੈਂਟ ਆਪਣੇ ਕਾਨੂੰਨ ਬਣਾਉਂਦਾ ਹੈ, ਉਹ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ। ਉਹ ਜਿਹੜੀ ਸਾਡੀ ਰਾਸ਼ਟਰਪਤੀ ਹੈ, ਉਹ ਬੀਬੀ ਮੁਰਮੁਰ, ਉਹ ਉੱਚ ਜਾਤੀਆਂ ਚੋਂ ਨਹੀਂ ਹੈ, ਜੋ ਮਨੂ ਦੀ ਸਮ੍ਰਿਤੀ ਅਧੀਨ ਉੱਚ ਜਾਤੀਆਂ ਮੰਨੀਆਂ ਜਾਂਦੀਆਂ। ਇਹ ਜਿਹੜਾ ਇਹਨਾਂ ਨੇ ਉਸ ਨੂੰ ਨਹੀਂ ਬੁਲਾਇਆ, ਕਿਉਂ ਨਹੀਂ ਬੁਲਾਇਆ? ਇੱਥੇ ਜਿਹੜੇ ਮਾਨਸ ਧਰਮ ਸ਼ਾਸਤਰ ਮਨੂ ਸਮ੍ਰਿਤੀ ਜਿਹਨੂੰ ਕਹਿੰਦੇ ਆ, ਉਹਦੇ ਜਿਹੜੇ ਸ਼ਲੋਕ ਆ ਉਹ ਸੁਣਨਯੋਗ ਹੈ। ਉਹਦੇ ਵਿੱਚ ਸਪਸ਼ਟ ਕਹਿੰਦੇ ਆ ਕਿ ਜਿਹੜਾ ਸ਼ੂਦਰ ਹੈ ਉਹ ਬਾਹਮਣ ਦੀ ਸੇਵਾ ਵਾਸਤੇ ਬਣਿਆ ਹੋਇਆ ਹੈ। ਜਿਹੜਾ ਸ਼ੂਦਰ ਹੈ ਉਹ ਕਦੀ ਰਾਜ ਨਹੀਂ ਕਰ ਸਕਦਾ, ਸ਼ੂਦਰ ਕਦੀ ਕਾਨੂੰਨ ਨਹੀਂ ਬਣਾ ਸਕਦਾ। ਜਿਹੜੇ ਰਾਜ ਦੇ ਵਿੱਚ ਸ਼ੂਦਰ ਮੁਖੀ ਜਾਂ ਕਾਨੂੰਨਦਾਨ ਹੋਊਗਾ, ਉਹ ਰਾਜ ਭ੍ਰਸ਼ਟ ਹੋ ਜਾਊਗਾ। ਜਿਵੇਂ ਗਊ ਦਲਦਲ 'ਚ ਬਿਲਕੁਲ ਡੁੱਬ ਜਾਂਦੀ ਹੈ, ਉਸ ਤਰ੍ਹਾਂ ਉਹ ਰਾਜ ਖਤਮ ਹੋ ਜਾਊਗਾ। ਸੋ ਪਹਿਲੀ ਗੱਲ ਮੇਰੇ ਦਿਮਾਗ 'ਚ ਇਹ ਆਉਂਦੀ ਹੈ ਤੇ ਇਹਦਾ ਸਪਸ਼ਟੀਕਰਨ ਦਿੱਤਾ ਜਾਵੇ ਕਿ ਮਨੂ ਸਮ੍ਰਿਤੀ ਦੀ ਸੋਚ ਅਧੀਨ ਇਹ ਉਦਘਾਟਨ ਹੋਇਆ ਕਿ ਨਹੀਂ। ਜੇ ਇਹ ਇੱਕ ਇਹੋ ਜਿਹਾ ਰਾਜ ਬਣਾਉਣ ਦਾ ਯਤਨ ਕੀਤਾ ਹੈ ਜੋ ਮਨੂ ਸਮ੍ਰਿਤੀ ਅਧੀਨ ਹੈ, ਫਿਰ ਇਹ ਇੱਕ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਸਾਡਾ ਤਾਂ ਖਾਲਸਾ ਰਾਜ, ਖਾਲਿਸਤਾਨ, ਖਾਲਸਾ ਬਣਾਉਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜਾਤ ਪਾਤ ਨੂੰ ਹਟਾ ਕੇ ਲੰਗਰ ਦੀ ਮਰਿਆਦਾ ਕਾਇਮ ਰੱਖ ਕੇ ਹਿੰਦੂ ਰਾਜਿਆਂ ਨੂੰ ਪਰਾਂ ਕਰਕੇ ਸਰਬੰਸ ਦਾਨ ਕਰਨ ਤੇ ਆਪਣੇ ਆਪ ਨੂੰ ਮਜਬੂਰ ਕਰ ਲਿਆ ਸੀ, ਪਰ ਉਹਨਾਂ ਨੇ ਜਾਤ ਪਾਤ ਨੂੰ ਆਪਣੇ ਰਾਜ ਭਾਗ 'ਚ ਨਹੀਂ ਆਣ ਦਿੱਤਾ। ਇਹ ਜਿਹੜਾ ਚਾਲ ਚੱਲੀ ਗਈ ਹੈ ਬੀਜੇਪੀ ਤੋਂ, ਇਹਦਾ ਜਵਾਬ ਜ਼ਰੂਰ ਮਿਲਣਾ ਚਾਹੀਦਾ। ਦੂਜੀ ਗੱਲ ਆਪਾਂ ਕਰਦੇ ਆਂ ਕਿ ਇਹ ਬਣੀ ਕਿੱਥੇ ਹੈ ਨਿਊ ਪਾਰਲੀਮੈਂਟ। ਜਿੱਥੇ ਪਾਰਲੀਮੈਂਟ ਬਣੀ ਹੈ ਉਹ ਪਿੰਡ ਹੈਗਾ ਰਾਇਸੀਨਾ।
ਰਾਇਸੀਨਾ ਪਿੰਡ ਕਿਹਦਾ ਸੀਗਾ? ਇਹ ਸਾਡੇ ਸਤਿਕਾਰਯੋਗ ਲੱਖੀ ਸ਼ਾਹ ਬੰਜਾਰਾ ਸਾਹਿਬ ਦੇ 4 ਪਿੰਡ ਸੀਗੇ, 12 ਖੰਭਾ, ਰਾਇਸੀਨਾ, ਨਰੇਲਾ ਤੇ ਇੱਕ ਚੌਥਾ ਸੀਗਾ। ਇਹ ਸਾਰੇ ਉਹਨਾਂ ਦੀ ਜਾਇਦਾਦ ਸੀ। ਉਹਨਾਂ ਦੇ ਪੁੱਤ ਅੱਗੇ ਜਾ ਕੇ ਭਾਈ ਨਗਈਆ ਜੀ, ਭਾਈ 2 ਹੋਰ ਪੁੱਤ ਤੇ ਇੱਕ ਉਹਨਾਂ ਦੀ ਲੜਕੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਅਨੰਦਪੁਰ ਸਾਹਿਬ 'ਚ ਉਸ ਜੰਗ 'ਚ ਸ਼ਹੀਦ ਹੋਏ ਸੀ, ਜਿਸ 'ਚ ਸਰਬੰਸਦਾਨੀ ਨੇ ਸਰਬੰਸ ਦਾਨ ਕੀਤਾ ਸੀ। ਔਰ ਉਸ ਦਰਬਾਰ 'ਚ ਉਹਨਾਂ ਨੇ ਸੇਵਾ ਕਰਕੇ ਉਸ ਦਰਬਾਰ ਨਾਲ ਜੁੜੇ ਸੀ, ਜਿਸ ਕਰਕੇ ਜਦ ਸਰ ਭਗੇਲ ਸਿੰਘ ਨੇ ਆਪਣੀ ਫੌਜ 30 ਹਜ਼ਾਰੀ ਦੀ ਲੈ ਕੇ ਦਿੱਲੀ ਦੇ ਉੱਤੇ ਆਪਣਾ ਰਾਜ ਸਥਾਪਿਤ ਕੀਤਾ, ਜਿਹੜੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ, ਜਿਹੜੇ ਘਰ ਦੇ ਵਿੱਚ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਰੀਰ ਸੰਸਕਾਰ ਕੀਤਾ ਸੀ, ਉੱਥੇ ਰਕਾਬਗੰਜ ਸਾਹਿਬ ਬਣਾਏ ਸੀ। ਤੇ ਆਲੇ ਦੁਆਲੇ ਦੀ ਜ਼ਮੀਨ ਰਾਇਸੀਨਾ ਦੀ ਜਿਹੜੀ ਭਾਈ ਲੱਖੀ ਸ਼ਾਹ ਬੰਜਾਰਾ ਦੀ ਸੀ, ਉਹ ਗੁਰੂ ਘਰ ਦੇ ਨਾਲ ਜੋੜਤੀ ਸੀਗੀ। ਕਹਿਣ ਦਾ ਭਾਵ ਅੱਜ ਪਾਰਲੀਮੈਂਟ ਸਾਡੇ ਸਿੱਖਾਂ ਦੀ ਜ਼ਮੀਨ ਦੇ ਉੱਤੇ, ਗੁਰੂ ਘਰ ਦੇ ਉੱਤੇ ਸਥਾਪਿਤ ਕੀਤੀ ਗਈ ਹੈ। ਤੇ ਕਿੱਡੀ ਕਾਨੂੰਨੀ ਹਰਕਤ ਹੈ, ਉਸ ਜ਼ਮੀਨ ਦੇ ਉੱਤੇ ਇੱਕ ਪਾਰਲੀਮੈਂਟ ਸਥਾਪਿਤ ਕੀਤਾ ਗਿਆ, ਜਿਹਦੇ ਵਿੱਚ ਧਾਰਾ 25 'ਚ ਕਹਿੰਦੇ ਆ ਕਿ ਸਿੱਖਸ ਆਰ ਕੰਸੀਡਰਡ ਟੂ ਬੀ ਹਿੰਦੂਜ਼, ਜਦ ਕਿ ਭੈਰੋ ਮਹੱਲਾ 5ਵਾਂ ਸਪਸ਼ਟ ਕਹਿੰਦਾ ਹੈ ਕਿ ਅਸੀਂ, ਗੁਰੂ ਅਰਜਨ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਜਦ ਗੁਰੂ ਗ੍ਰੰਥ ਸਾਹਿਬ ਸਾਨੂੰ ਹੁਕਮ ਕਰਦੇ ਆ ਕਿ ਅਸੀਂ ਹਿੰਦੂ ਨਹੀਂ ਹੈ, ਅਸੀਂ, ਸਾਡਾ ਜਿਹੜੀ ਸੋਚ ਹੈ ਮਨੁੱਖਤਾ ਅਧੀਨ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਜੇ ਸੀਸ ਦਿੱਤਾ, ਉਹ ਆਪਣੇ ਜਿਹੜੇ ਧਾਰਮਿਕ ਹੱਕਾਂ ਵਾਸਤੇ ਆ, ਉਹ ਕਾਜ਼ੀਆਂ ਦੇ ਸਾਹਮਣੇ ਉਹ ਗੁਰੂ ਨਾਨਕ ਸਾਹਿਬ ਦੇ ਵਚਨ ਕਹੇ ਕਿ ਤੂੰ ਬਾਬਰ ਤੂੰ ਹੈ ਜਾਬਰ, ਉਹਦੇ ਕਰਕੇ ਉਹਨਾਂ ਨੇ ਸਟੈਂਡ ਲਿੱਤਾ ਸੀ। ਉਹਨਾਂ ਨੇ ਆਪਣੇ ਧਾਰਮਿਕ ਹੱਕਾਂ ਵਾਸਤੇ, ਮਨੁੱਖਤਾ ਵਾਸਤੇ ਆਪਣਾ ਸੀਸ ਦਿੱਤਾ। ਅੱਜ ਇੱਕ ਸੰਸਥਾ ਇਹੋ ਜੀ ਜਿਹੜੀ ਸਾਡੇ ਗੁਰੂਆਂ ਦੇ ਵਚਨਾਂ ਨੂੰ ਮਰੋੜ ਕੇ ਉਹ ਪੁੱਠਾ ਸਾਨੂੰ ਹਿੰਦੂ ਬਣਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਉਹ ਸੰਵਿਧਾਨ ਅਧੀਨ ਤੁਰਦੀ ਹੈਗੀ ਹੈ। ਉੱਥੇ ਜਾ ਕੇ ਸਾਡਾ ਪਾਰਲੀਮੈਂਟ ਸਾਡੀ ਜ਼ਮੀਨਾਂ ਦੇ ਉੱਤੇ ਕਾਬਜ ਹੋ ਕੇ ਉਹਨਾਂ ਨੇ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਮਨੁੱਖਤਾ ਲਈ ਦਿੱਤਾ, ਮਨੁੱਖੀ ਅਧਿਕਾਰਾਂ ਲਈ ਦਿੱਤਾ। ਔਰ ਜਿੱਥੇ ਇੱਕ ਜਾਤ ਪਾਤ ਨੂੰ ਮੰਨਣ ਵਾਲੀ ਮਦੁਰਾਏ ਅਧੀਨਮ, ਉੱਥੇ ਜਾ ਕੇ ਇੱਕ ਇਹੋ ਜਿਹੇ ਵਿਅਕਤੀ ਨੂੰ, ਮੁੱਖ ਮੰਤਰੀ ਨੂੰ ਵਡਿਆਈ ਦਿੰਦੀ ਹੈ ਤੇ ਉਹਦੇ ਨਾਂ ਤੇ ਰਾਜ ਸਥਾਪਿਤ ਕਰਦੀ ਹੈ, ਜਿਨੇ ਆਪਣੇ ਗੁਜਰਾਤ ਦੇ ਵਿੱਚ ਰਾਜ ਕਰਦਿਆਂ ਬੇਅੰਤ ਬੇਕਸੂਰ ਜਾਨਾਂ ਦਾ ਕਤਲੇਆਮ ਮੁੱਖ ਮੰਤਰੀ ਹੁੰਦੇ ਦੇਖਿਆ, ਨਾ ਕੋਈ ਰੋਕ ਲਾਈ, ਨਾ ਉਹਦੇ ਉੱਤੇ ਕੋਈ ਇਨਸਾਫ ਦਿੱਤਾ। ਇਹੋ ਜਿਹੇ ਰਾਜ ਵਿਅਕਤੀ ਨੂੰ ਤੁਸੀਂ ਉੱਥੇ ਜਾ ਕੇ ਆਪਣਾ ਮੁਖੀ ਬਣਾਇਆ, ਜਦ ਕਿ ਰਾਸ਼ਟਰਪਤੀ ਨੂੰ ਤੁਸੀਂ ਨੇੜੇ ਨਹੀਂ ਲੱਗਣ ਦਿੱਤਾ। ਇਹੀ ਗੱਲ ਉਹ ਪਾਰਲੀਮੈਂਟ ਦੇ ਸਾਹਮਣੇ ਹੋਈ ਹੈ। ਅੱਜ 40 ਸਾਲ ਸਾਡੇ 1984 ਦੇ ਕਤਲੇਆਮ ਦੇ ਬੀਤ ਗਏ ਹੈਗੇ ਆ। ਉਹ 40 ਸਾਲਾਂ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਜਿਹੜੀ ਪਾਰਲੀਮੈਂਟ ਦੇ ਬਿਲਡਿੰਗ ਦੇ ਸਾਹਮਣੇ ਸਿੱਖਾਂ ਦੇ ਵੱਢ ਕੇ, ਸਾੜ ਕੇ, ਮਾਰ ਕੇ ਕਤਲ ਕੀਤੇ, ਜਦ ਇਸ ਦੇਸ਼ ਦੇ ਪਾਰਲੀਮੈਂਟ ਨੇ ਕੋਈ ਰੋਕ ਨਹੀਂ ਲਾਈ, ਜਦ ਜਿੱਥੇ ਆਰਮੀ, ਨੇਵੀ, 에ਅਰਫੋਰਸ, ਪੁਲਿਸ, ਸੀਆਰਪੀ, ਆਈਟੀਬੀਪੀ, ਬੀਐਸਐਫ ਸਾਰੇ ਤਰ੍ਹਾਂ ਦੀਆਂ ਸੰਸਥਾਵਾਂ ਉਹਦੇ ਹੈੱਡਕੁਆਟਰ ਸੀ, ਤੇ ਉੱਥੇ ਵੀ ਪਾਰਲੀਮੈਂਟ ਦੇ ਸਾਹਮਣੇ ਕਮਲਨਾਥ ਨੇ ਸਾਡੇ ਸਿੱਖਾਂ ਦਾ ਕਤਲੇਆਮ ਹੁੰਦੇ ਦੇਖਿਆ। ਉਸ ਧਰਤੀ ਦੇ ਉੱਤੇ ਅੱਜ ਨਵਾਂ, ਸਿੱਖਾਂ ਦੀ ਧਰਤੀ ਦੇ ਉੱਤੇ ਨਵਾਂ ਪਾਰਲੀਮੈਂਟ ਬਣਿਆ। ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਕੰਮ ਹੋਇਆ, ਇੰਨਾ ਘਿਨੌਨਾ ਹੋਇਆ ਹੈਗਾ ਕਿ ਸਿੱਖਾਂ ਨੂੰ ਅੱਜ ਉੱਠ ਕੇ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਆਪਾਂ ਨੂੰ ਇਹਦੀ ਰਿਜੈਕਸ਼ਨ ਕਰਨੀ ਚਾਹੀਦੀ ਹੈ। ਆਪਾਂ ਨੂੰ ਧਾਰਾ 25 ਦੇ ਬਰਖਲਾਫ ਹੋਣਾ ਚਾਹੀਦਾ ਹੈ। ਇਹ ਪਾਰਲੀਮੈਂਟ ਦੀ ਬਿਲਡਿੰਗ ਉਦਘਾਟਨ ਕਰਦਿਆਂ ਹੋਇਆ ਕਹਿੰਦੇ ਆ ਕਿ ਇਹ ਜਮਹੂਰੀਅਤ ਭਾਰਤ ਦੇ ਵਿੱਚ ਸਭ ਤੋਂ ਪੁਰਾਤਨ ਰੀਤ ਰਸਮ, ਇਹ ਜਮਹੂਰੀਅਤ ਦੀ ਭਾਰਤ 'ਚ ਬਣਾਈ ਗਈ ਹੈ। ਇਹਦਾ G20 ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ ਗਿਆ ਕਿ ਜਮਹੂਰੀਅਤ ਭਾਰਤ 'ਚ ਪੈਦਾ ਹੋਈ ਹੈ। ਸਾਧ ਸੰਗਤ ਜੀ, ਇਹ ਕੀ ਜਮਹੂਰੀਅਤ ਹੋਈ ਜਿਹਦੇ ਵਿੱਚ ਮਨੂ ਸਮ੍ਰਿਤੀ ਕਹਿੰਦੀ ਹੈ ਸ਼ੂਦਰ ਪੜ੍ਹ ਨਹੀਂ ਸਕਦਾ, ਸ਼ੂਦਰ ਦੇ ਕੋਈ ਹੱਕ ਨਹੀਂ,
ਸ਼ੂਦਰ ਦੀ ਜਾਇਦਾਦ ਬਾਹਮਣ ਲੈ ਸਕਦਾ ਹੈ, ਜਾਇਦਾਦ ਵਿੱਚ ਉਹਦੀ ਜਨਾਨੀ ਵੀ ਚੱਕ ਸਕਦਾ ਹੈ, ਜਨਾਨੀ ਦੇ ਕੋਈ ਹੱਕ ਨਹੀਂ ਹੈ। ਜੇ ਕੋਈ ਸ਼ੂਦਰ ਬਾਹਮਣ ਨੂੰ ਬੋਲਦਾ ਹੈ ਤੇ ਉਹਨੂੰ ਚੁੱਭਦੀ ਹੈ ਤੇ ਉਸ ਰਾਜ ਦਾ ਇਹ ਫਰਜ਼ ਹੈ ਕਿ ਉਹਦੀ ਜੀਭ ਕੱਟੀ ਜਾਏ, ਉਹਦੇ ਅੱਖਾਂ ਤੇ ਕੰਨਾਂ 'ਚ ਉਬਲਦਾ ਤੇਲ ਪਾਇਆ ਜਾਏ, ਉਹਨੂੰ ਖਤਮ ਕੁਚਲ ਕਰਕੇ ਮਨੁੱਖਤਾ ਨੂੰ ਵਖਰੇਵੇਂ 'ਚ ਪਾ ਕੇ ਉਹਦੀ ਤਾਂ ਵੋਟ ਕਿੱਥੇ ਬਣਨੀ ਹੈ? ਉਹ ਕਿਹੜੀ ਜਮਹੂਰੀਅਤ ਹੈ ਜਿਹਦੇ ਵਿੱਚ ਤੁਸੀਂ ਮਨੁੱਖ ਨੂੰ ਮਨੁੱਖ ਨਹੀਂ ਮੰਨਦੇ? ਵਿਦਆਊਟ ਯੂਨੀਵਰਸਲ ਫਰੈਂਚਾਈਜ਼ ਕਿ ਹਰੇਕ ਦਾ ਹੱਕ ਹੋਵੇ, ਤੁਸੀਂ ਕਹਿੰਦੇ ਆ ਜਮਹੂਰੀਅਤ ਹੈ। ਉਹ ਜਮਹੂਰੀਅਤ ਨਹੀਂ ਹੈ, ਉਹ ਟਿਰਨੀ ਹੈ ਜਿਹਦੇ ਵਿੱਚ ਚੁਣੇ ਹੋਏ ਕੁਛ ਆਪਣੇ ਬਾਹਮਣਵਾਦੀ, ਛਤਰਵਾਦੀ ਹੋਰ ਸੋਚ ਅਧੀਨ ਰਾਜ ਕਰਦੇ ਆ। that is not democracy। ਡੈਮੋਕ੍ਰੇਸੀ ਬਿਲਕੁਲ ਨਹੀਂ ਹੈ। ਜਮਹੂਰੀਅਤ ਕਿੱਥੇ ਇਸ ਦੇਸ਼ ਦੇ ਵਿੱਚ ਆਈ ਹੈ? 1920 ਚ ਸਿੰਘ ਸਭਾ ਲਹਿਰ ਨੇ ਉੱਠ ਕੇ ਆਪਣੇ ਗੁਰੂ ਘਰ ਆਜ਼ਾਦ ਕੀਤੇ। 1925 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਬਣਿਆ, ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰੀ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ, ਜਿਹਦੇ ਵਿੱਚ ਬਿਨਾਂ ਜਾਇਦਾਦ ਤੋਂ ਵੀ ਵੋਟ ਪਾ ਸਕਦਾ ਸੀਗਾ, ਕਿਉਂਕਿ ਪਹਿਲਾਂ ਲੈਂਡ ਓਨਰਸ ਨੂੰ ਹੱਕ ਹੁੰਦਾ ਸੀਗਾ। ਯੂਨੀਵਰਸਲ ਫਰੈਂਚਾਈਜ਼ ਸਿੱਖ ਗੁਰਦੁਆਰਾ ਐਕਟ ਨੇ ਸਾਨੂੰ ਬਣਾ ਕੇ ਦਿੱਤੀ ਹੈ। ਔਰ ਗਾਂਧੀ ਨੇ ਵੀ ਕਿਹਾ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਜਦ ਸਿੱਖ ਗੁਰਦੁਆਰਾ ਐਕਟ ਬਣਿਆ। ਇਹ ਸਿੱਖ ਗੁਰਦੁਆਰਾ ਐਕਟ 1925 ਤੋਂ ਚੋਣ 5 ਸਾਲ ਪਹਿਲਾਂ 3 ਸਾਲ ਬਾਅਦ ਹੁੰਦੇ ਸੀ, ਫਿਰ ਉਹਦੇ ਬਾਅਦ 5 ਸਾਲ ਕਰਤਾ। ਉਹ ਲਗਾਤਾਰ ਚੋਣ ਹੁੰਦੇ ਆਏ। 1947 ਤੋਂ ਬਾਅਦ ਜਦ ਇਹ ਮੁੱਖ ਧਾਰਾ ਦੀ ਦੇਸ਼ ਬਣਿਆ, ਉਹਦੇ ਬਾਅਦ SGPC ਦੇ ਚੋਣ ਅੱਜ ਤੁਸੀਂ ਦੇਖ ਲਓ 2024 ਚ ਨਵਾਂ ਪਾਰਲੀਮੈਂਟ ਜਦ ਜਾਊਗਾ, ਉਹਦੇ ਵਿੱਚ 18ਵੀਂ ਪਾਰਲੀਮੈਂਟ ਬੈਠੂਗੀ। 18 ਵਾਰੀ ਚੋਣ ਹੋ ਚੁੱਕੇ ਆ। 18 ਨੂੰ 5 ਨਾਲ ਆਪਾਂ ਗੁਣਾ ਕਰਦੇ ਹੈਗੇ ਆ ਤਾਂ 90 ਸਾਲ ਬਣ ਜਾਂਦੇ ਹੈਗੇ ਆ। ਵਿੱਚ ਕੋਈ ਨਾ ਕੋਈ ਗਵਰਨਮੈਂਟ ਟੁੱਟ ਗਈ ਤਾਂ ਵੱਧ ਹੋਏ ਆ। ਮਤਲਬ ਸੰਗਤ ਦਾ ਮਤ ਜਮਹੂਰੀਅਤ ਲਗਾਤਾਰ ਆਪਣਾ ਪ੍ਰਧਾਨ ਚੁਣਦੀ ਰਹੀ ਹੈ ਇਸ ਭਾਰਤ 'ਚ। ਪਰ ਜਿਹੜੀ SGPC ਦੀ ਚੋਣ ਹੈ, ਜਿਹਦੇ ਚੋਣ ਕਰਾਉਣੇ ਹੋਮ ਮਿਨਿਸਟਰੀ ਦੇ ਹੱਥ 'ਚ ਹੈ, ਪੰਜਾਬ ਸਰਕਾਰ ਦੇ ਹੱਥ 'ਚ ਹੈ। ਬੁੱਝੋ ਜਿਹੜੀ ਜਮਹੂਰੀਅਤ ਉਹਦੇ ਪੈਦਾ ਕੀਤੀ ਸੀ, ਯੂਨੀਵਰਸਲ ਫਰੈਂਚਾਈਜ਼ ਪੈਦਾ ਕੀਤੀ ਸੀ, ਉਹਦੇ ਕਿੰਨੇ ਚੋਣ ਹੋਏ ਆ 1947 ਬਾਅਦ? ਸਿਰਫ 8 ਵਾਰੀ ਇਹਨਾਂ ਨੇ ਚੋਣ ਕਰਾਇਆ। 8 ਵਾਰੀ ਸਾਡੀ ਜਮਹੂਰੀਅਤ ਨੂੰ ਇਹਨਾਂ ਨੇ ਕੁਚਲਤਾ, ਸਿੱਖੀ ਨੂੰ ਹਿੰਦੂ ਬਣਾਤਾ, ਸਾਡਾ ਧਰਮ ਤਬਦੀਲ ਕਰਨ ਦੇ ਯਤਨ ਕਰ ਰਹੇ ਆ। ਤੇ ਹੁਣ ਸਿੱਖਾਂ ਦੀ ਜ਼ਮੀਨਾਂ ਦੇ ਉੱਤੇ ਇਹਨਾਂ ਨੇ ਆਪਣਾ ਨਵਾਂ ਪਾਰਲੀਮੈਂਟ ਬਣਾ ਕੇ ਉਹਦੇ ਉੱਤੇ ਅਧੀਨਮ ਮਦੁਰਾਏ ਦੇ ਉੱਥੇ ਦੇ ਮੁਖੀਆਂ ਤੋਂ ਉਦਘਾਟਨ ਕਰ ਰਹੇ ਆ। ਤੁਹਾਡਾ ਜਮਾ ਧਰਮ ਤਬਦੀਲ ਕਰਕੇ ਇਹਨਾਂ ਨੇ ਤਹਿਸ਼-ਨਹਿਸ਼ ਕਰਤਾ ਹੈਗਾ। ਅਸੀਂ ਹੁਣ ਇੱਕ ਚਿੱਠੀ ਲਿਖਾਂਗੇ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਚੋਣਾਂ ਦੇ ਵਿੱਚ ਇਕੱਠ ਨਹੀਂ ਹੋਣ ਦਿੰਦੇ, ਉੱਥੇ ਸਾਨੂੰ ਵੋਟ ਨਹੀਂ ਮੰਗਣ ਦਿੰਦੇ, ਪਰ ਜਿਹੜਾ ਤੁਹਾਡਾ ਮੁੱਖ ਪਾਰਲੀਮੈਂਟ ਹੈ ਜਿਹਦੇ ਵਿੱਚ ਉਹ ਮਤਦਾਨ ਦੇ ਕੇ ਅਸੀਂ ਭੇਜੀਦਾ, ਉਹਦੇ ਵਿੱਚ ਤਾਂ ਹਿੰਦੂ ਧਰਮ ਦੇ ਮੁੱਖ ਧਾਰਾ ਦੇ ਉਹਨਾਂ ਦੇ ਉੱਚ ਜਾਤੀ ਦੇ ਆ ਕੇ ਉੱਥੇ ਉਦਘਾਟਨ ਕਰਦੇ ਆ, ਉਹਦੇ ਵਿੱਚ ਵੱਸਦੇ ਆ, ਰਹਿੰਦੇ ਆ। ਤਾਂ ਫਿਰ ਤੁਸੀਂ ਸਾਨੂੰ ਕਿਉਂ ਕਹਿੰਦੇ ਹੋ ਕਿ ਤੁਸੀਂ ਗੁਰੂ ਘਰਾਂ 'ਚ ਆਪਣੇ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ? ਇਹ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈ ਲਗਾਤਾਰ ਸਾਡੇ ਜੋੜ ਮੇਲਿਆਂ ਦੇ ਉੱਤੇ ਕਹਿੰਦੇ ਆ ਕਿ ਉਰੇ ਸਿਰਫ ਧਾਰਮਿਕ ਗੱਲ ਕਰੋ, ਸਿਆਸੀ ਗੱਲ ਉਰੇ ਨਹੀਂ ਹੋਣੀ ਚਾਹੀਦੀ। ਸਾਡਾ ਧਰਮ ਕੁਚਲ ਕੇ ਦਬਲ ਕੇ, ਜਿਹਦੇ ਵਿੱਚ ਮੀਰੀ ਪੀਰੀ ਇੱਕ ਬਹੁਤ ਵੱਡਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਕਨਸੈਪਟ ਹੈ, ਉਹਨੂੰ ਖਤਮ ਕਰਨ ਤੇ ਲੱਗੇ ਹੋਏ ਆ। ਇਹ ਬਹੁਤ ਭਿਆਨਕ ਸਾਡੇ ਉੱਤੇ ਹਮਲੇ ਹੋ ਰਹੇ ਆ। ਲਗਾਤਾਰ ਅਸੀਂ ਆਪਣਾ ਧਰਮ ਉਹਦੀ ਚਲਾਉਣਾ, ਉਰੇ ਰਹਿਣਾ ਬਹਿਣਾ ਭਾਰਤ ਦੇ ਵਿੱਚ ਸਾਡਾ ਖਤਮ ਹੋ ਰਿਹਾ। ਇਹ ਸਾਨੂੰ ਬੜੀ ਗੰਭੀਰਤਾ ਨਾਲ ਕੇਸ ਲੈਣਾ ਚਾਹੀਦਾ ਹੈ। ਇਹਦੇ ਵਿੱਚ ਇਹਨਾਂ ਨੇ ਜਿਹੜੀ ਨਵੀਂ ਪਾਰਲੀਮੈਂਟ ਹੈ ਉਹਦੇ ਵਿੱਚ ਚੈਂਬਰ ਵੀ ਵੱਡੇ ਬਣਾਤੇ ਆ। ਕਿਉਂਕਿ ਨਵੀਂ ਡੀਲਿਮਿਟੇਸ਼ਨ ਹੋਣੀ ਹੈ, ਉਹਦੇ ਅਧੀਨ ਨਵੇਂ ਮੈਂਬਰ ਚੁਣੇ ਜਾਣੇ ਆ। ਹੁਣ ਪੰਜਾਬ ਦੇ ਸਿਰਫ 13 ਉਰੇ ਸੀਟਾਂ ਹੈਗੀਆਂ, ਉਹ ਵੀ 543 ਚੋਂ। ਤੇ ਜਦ ਇਹਨਾਂ ਨੇ ਵਧਾਤਾ ਫਿਰ ਤਾਂ ਤੁਹਾਡੇ ਬਿਲਕੁਲ ਕੌਡੀ ਜਿੰਨੇ ਵੀ ਨਹੀਂ ਤੁਹਾਡੀਆਂ ਸੀਟਾਂ ਰਹਿ ਜਾਣੀਆਂ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਲਗਾਤਾਰ ਸਿੱਖਾਂ ਦੀ ਗਿਣਤੀ ਘਟਾਈ ਹੈ, ਸਾਡੇ ਉੱਤੇ ਹਮਲੇ ਕੀਤੇ ਹੈ, ਅਕਾਲ ਤਖਤ ਸਾਹਿਬ ਢਹਿ-ਢੇਰੀ ਕਰਤੇ ਹੈ, ਜਮਹੂਰੀਅਤ ਖਤਮ ਕਰਤੀ ਹੈ। ਸਾਡੇ ਉੱਤੇ ਇਹਨਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ, ਜਿਵੇਂ ਖਾਲੜਾ ਸਾਹਿਬ ਨੇ ਕੀਤਾ। ਸਾਡੇ ਯੂਥ ਨੂੰ ਮਿਸਗਾਈਡ ਕਰਕੇ ਨਸ਼ਿਆਂ 'ਚ
ਤੇ ਮਾਰ ਕੇ ਇਹਨਾਂ ਨੇ ਖਤਮ ਕਰਤਾ ਹੈਗਾ। ਸਿੱਖੀ ਨੂੰ ਖਤਮ ਕਰਕੇ ਇਹ ਆਪਣਾ ਘਰ ਵਧਾਉਣਾ ਚਾਹੁੰਦੇ ਆ ਤੇ ਸਾਡੀਆਂ ਚੋਣਾਂ ਬਿਲਕੁਲ ਖਤਮ ਕਰਕੇ ਸਾਨੂੰ ਇਹ ਕੁਚਲ ਕੇ ਖਤਮ ਕਰਨਾ ਚਾਹੁੰਦੇ ਆ। ਇਹ ਜਿਹੜਾ ਹੁਣ ਬੀਤਿਆ ਸਾਡੇ ਨਾਲ, ਇਹਨੂੰ ਆਪਾਂ ਬਿਲਕੁਲ ਸੀਰੀਅਸਲੀ ਲੈ ਕੇ ਜਿਹੜੇ ਆਪਣੇ ਐਸਜੀਪੀਸੀ ਦੇ ਚੋਣ ਹੈ ਉਹਦੇ ਉੱਤੇ ਕਿਹੜੀ ਨਿਗਾਹ ਪਾਈਏ। ਹਰੇਕ ਸਿੱਖ ਉੱਠ ਕੇ ਆਪਣੇ ਚੋਣਾਂ ਦਾ ਹੱਕ ਮੰਗੇ, ਆਪਣੀ ਜਮਹੂਰੀਅਤ ਮੁੜ ਕੇ ਵਸਾਉਣ ਦਾ ਯਤਨ ਕਰੇ। ਇੱਥੇ ਧਾਰਾ 85 ਦੇ ਹੁਣ ਇਲੈਕਸ਼ਨ ਅਨਾਉਂਸ ਹੋਏ ਆ, ਉਹਦੀ ਕੋਈ ਡੇਟ ਨਹੀਂ ਦਿੱਤੀ ਗਈ, ਉਹਦੇ ਬਾਰੇ ਕੋਈ ਪ੍ਰੋਸੈਸ ਨਹੀਂ ਸ਼ੁਰੂ ਕੀਤਾ। ਇਹ ਜਿਹੜਾ ਇੱਥੇ ਦਾ ਹੋਮ ਸੈਕਟਰੀ ਹੈ, ਚੀਫ ਸੈਕਟਰੀ ਹੈ, ਉਹਨਾਂ ਨੇ ਡੀਸੀਆਂ ਨੂੰ ਹਜੇ ਤੱਕ ਹਦਾਇਤਾਂ ਨਹੀਂ ਕੀਤੀਆਂ ਕਿ ਵੋਟਾਂ ਬਣਾਓ। ਉਹ ਜਾ ਕੇ ਚੋਣ ਦਾ ਐਲਾਨ ਨਹੀਂ ਕੀਤਾ ਕਿ ਕਦੋਂ ਹੋਣਾ ਹੈਗਾ। ਇਹਨਾਂ ਨੇ ਕੁਚਲ ਕੇ ਸਾਡੀ ਜਮਹੂਰੀਅਤ ਖਤਮ ਕਰਨ ਦੇ ਪਲਾਨ ਕੀਤੇ ਹੋਏ ਆ। ਆਮ ਆਦਮੀ ਪਾਰਟੀ ਸਿੱਖੀ ਨੂੰ ਨਖੇਦ ਰਹੀ ਹੈ ਤੇ ਦੂਜੇ ਪਾਸੇ ਕਹਿੰਦੀ ਹੈ ਕਿ ਅਸੀਂ ਨੋਟਾਂ ਦੇ ਉੱਤੇ ਸਤਿਕਾਰਯੋਗ ਹਿੰਦੂ ਧਰਮ ਦੀ ਮਾਤਾ ਲక్ష్ਮੀ ਦੀ ਫੋਟੋ ਲਾਉਣੀ ਹੈ। ਸਿੱਖ ਸਿੰਘ ਸਭਾ ਲਹਿਰ ਨੇ ਮੂਰਤੀਆਂ ਤੇ ਬੁੱਤ ਤੇ ਆਪ ਪੂਜਾ ਸਾਡੇ ਗੁਰੂ ਘਰਾਂ 'ਚ ਕੱਢਣ ਵਾਸਤੇ ਲੜੀ ਸੀਗੀ, ਤਾਂ ਸਾਡੀ ਜਮਹੂਰੀਅਤ ਬਣੀ ਸੀਗੀ। ਹੁਣ ਆਮ ਆਦਮੀ ਪਾਰਟੀ ਵੀ ਸਾਡੇ ਗੁਰੂ ਘਰਾਂ 'ਚ ਸਤਿਕਾਰਯੋਗ ਹਿੰਦੂ ਧਰਮ ਦੇ ਮਾਤਾ ਲక్ష్ਮੀ ਜੀ ਸਾਡੇ ਗੋਲਕਾਂ 'ਚ ਵਾਲ ਕੇ ਉੱਥੇ ਵੀ ਸਾਨੂੰ ਮੱਥਾ ਟਿਕਾਉਣਾ ਚਾਹੁੰਦੇ ਆ। ਇਹ ਬਹੁਤ ਧਰਮ ਤਬਦੀਲੀ ਦੀ ਤੇਜ਼ੀ ਨਾਲ ਇਹਨਾਂ ਦੀ ਸੋਚ ਵੱਧ ਰਹੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਮਨਾ ਕਰਤਾ ਸੀ, ਜਿਸ ਤਰ੍ਹਾਂ ਅਸੀਂ ਜਾਤ ਪਾਤ ਚੋਂ ਨਿਕਲ ਕੇ ਦਸਮ ਪਿਤਾ ਨੇ ਹਿੰਦੂ ਰਾਜਿਆਂ ਨੂੰ ਲੰਗਰ 'ਚ ਵੱਖਰਾ ਬੈਠਣ ਤੋਂ ਇਨਕਾਰ ਕਰਕੇ ਆਪਣਾ ਸਰਬੰਸ ਦਾਨ ਕਰਤਾ ਸੀ। ਆਪਾਂ ਨੂੰ ਆਪਣੇ ਕੌਮ ਨੂੰ ਬਚਾਉਣ ਵਾਸਤੇ ਹਮ ਹਿੰਦੂ ਨਹੀਂ, ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਆਪਣੇ ਗੁਰੂਆਂ ਦੇ ਅਸੀਂ ਚੱਲੇ ਆਂ। ਆਪਣੇ ਗੁਰੂ ਘਰ ਨੂੰ ਮੁੜ ਆਜ਼ਾਦ ਕਰਨ ਵਾਸਤੇ ਦਿਨ ਰਾਤ ਇੱਕ ਕਰਨੀ ਚਾਹੀਦੀ ਹੈ। 2024 ਚ 40 ਸਾਲ ਹੋ ਜਾਣੇ ਆ, 40 ਸਾਲ। ਇਹ 1984 ਦੇ ਕਤਲੇਆਮ ਦੇ 76 ਸਾਲ ਹੋ ਜਾਣੇ ਆ 47 ਤੋਂ। ਜੇ ਆਪਾਂ ਇਕੱਠੇ ਹੋ ਕੇ ਇਹਦੇ ਉੱਤੇ ਕੰਮ ਨਹੀਂ ਕੀਤਾ, ਆਪਾਂ ਇਕੱਠੇ ਹੋ ਕੇ ਆਪਣੇ ਹੱਕ ਨਹੀਂ ਮੰਗੇ, ਸਿੰਘ ਸਭਾ ਲਹਿਰ ਵਾਂਗੂ ਆਪਾਂ ਸ਼ਾਂਤਮਈ ਰੂਪ ਦੇ ਵਿੱਚ ਮੋਰਚੇ ਨਹੀਂ ਲਾਏ, ਸਾਨੂੰ ਕਿਸੇ ਨੇ ਨਹੀਂ ਬਖਸ਼ਣਾ ਹੈਗਾ। ਗੁਰੂ ਘਰ ਬਚਾਉਣ ਵਾਸਤੇ, ਆਪਣੀ ਗੁਰਸਿੱਖੀ ਬਚਾਉਣ ਵਾਸਤੇ ਸਾਨੂੰ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।